सारे जग विच वसन वाले पंजाबी प्यारिਆਂ ਦੀ सेवा विच ਤੁਹਾਡਾ अपना वीर, ਤੁਹਾਡਾ सज्जन, ਤੁਹਾਡਾ मित्र, ਤੁਹਾਡਾ बेली ਤੇ माँ बोली पंजाबी ਦਾ ਨਿੱਕਾ ਜਿਹਾ ਸੇਵਕ डॉक्टर एम.एच. बाबर हाज़र है। इलियास घुम्मन होरां दी किताब वंड की 39वीं किस्त लैके ये शामिल है जी 26वीं कहानी जिहदे लिखियार ने इकतदार वाजिद ते कहानी है माए नी मैं किनों आखां। कायदे आज़म ने किवें पाकिस्तान बनाया। तो लो फिर कहानी शुरू करने कि अज भी वो पहले वांग एक नुकरे पई मंजी ते लम्मा पिया छत विच लगे बालियां नूं घूरी जा रहा सी। 1 2 3 4 वो पता नहीं पिछले कई दिनों तो इन्हां बालियां नूं कई वार गिन चुकिया सी, पर हर वारी जदों अखीरी बाले दे नेड़े तेड़े पुजदा उन्हों अजिहा हंगलाट आउंदा जे वो सारी गिनती भुल के नींदर दी झोली डिग पैंदा ते जदों कुछ ही मिनटां मगरों उहदी अख खुलदी उन्हों कुछ भी चेते ना रहिंदा। वो किन्ना चिर चुप चपीता अपनी याददाश्त नूं वापस लियाउण दा यतन करदा रहिंदा। इस वेले उहदी हालत वेखी नहीं सी जांदी, पर उहदी ये हालत वेखण लई उहदे कोल हुंदा भी कौन सी। कमरे दीयां कंधां या फिर अनगिणे लकड़ दे बाले जिहड़े आप एक मोटे सारे छतीर दे सहारे ते मुहताज सन ते कंधां वो नीहां दे मोढियां ते खलो के अपनी होंद दा फरेब खा रहीआं सन। वो चाहता सी जे कोई ਉਹਦੇ ਕੋਲ ਹੋਵੇ ਤੇ ਉਹਨੂੰ याद करवा देवे कि ਉਹ ਨੀਂਦਰ ਤੋਂ ਪਹਿਲਾਂ ਕੀ ਸੋਚਦਾ ਤੇ ਕੀ ਕਰਦਾ ਪਿਆ ਸੀ। ਇਸ ਹਾਲਤ ਵਿੱਚ ਉਹ ਕਿਸੇ ਨੂੰ ਆਵਾਜ਼ ਮਾਰਨ ਲਈ ਗਲੇ ਦਾ ਸਾਰਾ ਜ਼ੋਰ ਲਾਉਂਦਾ, ਪਰ ਉਹਨੂੰ ਕਿਸੇ ਦਾ ਨਾਮ ਵੀ ਚੇਤੇ ਨਹੀਂ ਸੀ। ਇਸ ਕਰਕੇ ਉਹ ਮੂੰਹੋਂ ਅਜੀਬ ਜਿਹੀਆਂ ਆਵਾਜ਼ਾਂ ਕੱਢ ਕੇ ਆਪੇ ਹੀ ਚੁੱਪ ਕਰ ਜਾਂਦਾ, ਕਿਉਂ ਜੇ ਉਹਨੂੰ ਪੱਕ ਸੀ ਕਿ ਕੋਈ ਵੀ ਉਹਦੀ ਇਸ ਬੇਈਮਾਨੀ ਤੇ ਉਹਦੇ ਵੱਲ ਨਹੀਂ ਆਉਣ ਲੱਗਾ। ਉਹਦੀ ਬੇਈਮਾਨੀ ਦੀ ਆਵਾਜ਼ ਤੇ ਉਹਦੇ ਵੱਲ ਨਹੀਂ ਆਉਣ ਲੱਗਾ। ਹਾਂ, ਇਸ ਸਾਰੇ ਅਮਲ ਦਾ ਇੱਕ ਫਾਇਦਾ ਜ਼ਰੂਰ ਹੁੰਦਾ ਜੇ ਉਹਨੂੰ ਆਪਣੇ ਆਪ ਇਹ ਚੇਤਾ ਆ ਜਾਂਦਾ ਕਿ ਉਹਨੇ ਨੀਂਦਰ ਤੋਂ ਪਹਿਲਾਂ ਬਾਲਿਆਂ ਨੂੰ ਗਿਣਨਾ ਸ਼ੁਰੂ ਕੀਤਾ ਸੀ, ਪਰ ਕਿੱਥੋਂ ਤੇ ਗਿਣਿਆ ਸੀ, ਇਸ ਬਾਰੇ ਉਹਨੂੰ ਕੁਝ ਵੀ ਯਾਦ ਨਾ ਆਉਂਦਾ ਤੇ ਅਖੀਰ ਹਾਰ ਕੇ ਉਹ ਨਵੇਂ ਸਿਰਿਓਂ ਗਿਣਨਾ ਸ਼ੁਰੂ ਕਰ ਦਿੰਦਾ। 1 2 3 4 5 6 ਤੇ ਫਿਰ ਉਹ ਹੰਗਲਾਟ ਇੰਜ ਪਿਛਲੇ ਕਈ ਦਿਨਾਂ ਤੋਂ ਹੋ ਰਿਹਾ ਸੀ। ਅੱਜ ਮੇਰੀ ਤਬੀਅਤ ਪਹਿਲਾਂ ਨਾਲੋਂ ਕੁਝ ਚੰਗੀ ਲੱਗਦੀ ਹੈ। ਬਾਲਿਆਂ ਵੱਲੋਂ ਉਹਦਾ ਧਿਆਨ ਹਟ ਗਿਆ ਤੇ ਉਹਦੀਆਂ ਨਜ਼ਰਾਂ ਸਾਹਮਣੇ ਕੰਧ ਦੀਆਂ ਇੱਟਾਂ ਤੇ ਜੰਮ ਗਈਆਂ। ਇਸ ਘਰ ਨਾਲ ਉਹਦੀ ਸਾਂਝ ਵੀ ਤੇ ਬੜੀ ਪੁਰਾਣੀ ਸੀ। ਉਹ ਸੋਚਣ ਲੱਗ ਪਿਆ, ਇਹਦੀ ਇੱਕ ਇੱਕ ਇੱਟ ਤੇ ਮਿੱਟੀ ਦੇ ਇੱਕ ਇੱਕ ਜ਼ਰਰੇ ਤੇ ਮੇਰੀਆਂ ਉਂਗਲਾਂ ਦੇ ਨਿਸ਼ਾਨ ਤੇ ਮੇਰੇ ਮੁੜਕੇ ਦੀ ਮੁਸ਼ਕ ਵਿੱਚ ਰਚੇ ਵਸੇ ਹੋਏ ਨੇ। ਉਹਦਾ ਜ਼ੇਨ ਕਈ ਵਰੇ ਪਹਿਲਾਂ ਦੇ ਕੁਝ ਦਿਨਾਂ ਵੱਲ ਚਲਾ ਗਿਆ ਜਦੋਂ ਉਹਨੇ ਇਸ ਥਾਂ ਤੇ ਆਪਣਾ ਵੱਖਰਾ ਘਰ ਬਣਾਉਣ ਦਾ ਸੋਚਿਆ ਸੀ, ਪਰ ਉਹਦੇ ਕੁਝ ਸੰਗੀਆਂ ਉਹਦੀ ਡਾਢੀ ਮੁਖਾਲਫਤ ਕੀਤੀ ਸੀ। ਮੈਂ ਕਿੰਨੀ ਮਿਹਨਤ ਨਾਲ ਇੱਕ ਇੱਕ ਇੱਟ, ਰੋੜਾ ਤੇ ਮਿੱਟੀ ਦੀ ਬੁੱਕ ਇਕੱਠੀ ਕੀਤੀ ਸੀ ਤੇ ਜਦੋਂ ਮੈਂ ਕਈ ਫੜ ਕੇ ਨੀਹਾਂ ਪੁੱਟਣੀਆਂ ਸ਼ੁਰੂ ਕੀਤੀਆਂ ਤਾਂ ਕਈ ਵਾਰੀ ਕਈ ਛੁੱਟ ਕੇ ਮੇਰੇ ਪੈਰਾਂ ਤੇ ਆ ਵੱਜੀ। ਲਹੂ ਦੀਆਂ ਭੂਕਾਂ ਨਿਕਲ ਕੇ ਮਿੱਟੀ ਵਿੱਚ ਰਲ ਗਈਆਂ। ਹੱਥਾਂ ਤੇ ਪੁਰ ਛਾਲੇ ਪੈ ਤੇ ਫੀਸੇ। ਜਿਹੜਾ ਮੁੜਕਾ ਚੋ ਕੇ ਮਿੱਟੀ ਗੋਂਦਾ ਰਿਹਾ ਉਹਦਾ ਤੇ ਅੰਤ ਹਿਸਾਬ ਹੀ ਕੋਈ ਨਹੀਂ। ਅੱਜ ਪਤਾ ਨਹੀਂ ਕਿਉਂ ਉਹਦੀ ਪਿਛਲੀ ਯਾਦਦਾਸ਼ਤ ਵਾਪਸ ਆ ਗਈ ਤੇ ਉਹ ਚੇਤੇ ਕਰਨ ਲੱਗ ਪਿਆ ਕਿ ਮੈਂ ਕਈ ਵਾਰੀ ਥੱਕ ਕੇ ਚੂਰ ਹੋ ਜਾਂਦਾ ਤੇ ਮੇਰਾ ਜੁੱਸਾ ਹੋਰ ਕੰਮ ਕਰਨ ਤੋਂ ਇਨਕਾਰੀ ਹੋ ਜਾਂਦਾ, ਪਰ ਮੈਂ ਝਾੜ ਝੰਬ ਕੇ ਉਹਨੂੰ ਫਿਰ ਕੰਮ ਵਿੱਚ ਜੁੱਟ ਲੈਂਦਾ ਸਾਂ। ਇਸ ਸਾਰੇ ਕੰਮ ਵਿੱਚ ਮੈਂ ਇਕੱਲਾ ਹੀ ਸਾਂ, ਬਿਲਕੁਲ ਕੱਲਾ। ਇਹ ਨਹੀਂ ਕਿ ਮੇਰੇ ਆਲੇ ਦੁਆਲੇ ਦੂਜੇ ਲੋਕ ਹੀ ਨਹੀਂ ਸਨ, ਪਰ ਇਸ ਕੰਮ ਵਿੱਚ ਮੇਰਾ ਸਾਥ ਦੇਣ ਵਾਲੇ ਕਿੰਨੇ ਸਨ। ਇਹਨਾਂ ਸੋਚ ਕੇ ਉਹ ਕੁਝ ਦੇਰ ਛੱਤ ਨੂੰ ਘੂਰਦਾ ਰਿਹਾ ਤੇ ਫਿਰ ਉਹਦੇ ਜ਼ਿਹਨ ਦੇ ਪਰਦੇ ਤੇ ਯਾਦਾਂ ਦੀ ਫਿਲਮ ਚੱਲਣਾ ਸ਼ੁਰੂ ਹੋ ਗਈ। ਕੁਝ ਤੇ ਅਜਿਹੇ ਸਨ ਉਹਨੂੰ ਯਾਦ ਆਇਆ ਜਿਹੜੇ ਚੁੱਪ ਚਪੀਤੇ ਅੱਧੀ ਰਾਤੀ ਉਹਦੇ ਅਗਲੇ ਦਿਨ ਵਾਸਤੇ ਇੱਟਾਂ ਰੋੜੇ ਇਕੱਠੇ ਕਰ ਜਾਂਦੇ ਤੇ ਮਿੱਟੀ ਗਾਉਣ ਲਈ ਪਾਣੀ ਭਰ ਛੱਡਦੇ, ਪਰ ਉਹਨੂੰ ਕਦੀ ਵੀ ਇਹਨਾਂ ਖਾਮੋਸ਼ ਖਿਦਮਤਗਾਰਾਂ ਦਾ ਕੁਝ ਸਿਰ ਪੈਰ ਨਾ ਲੱਭਿਆ। ਤੇ ਕੁਝ ਅਜਿਹੇ ਸਨ ਜਿਹੜੇ ਸਾਰਾ ਦਿਨ ਉਹਦੇ ਦੁਆਲੇ ਖਲੋਤੇ ਉਹਨੂੰ ਕੰਮ ਕਰਦਿਆਂ ਵੇਖਦੇ ਰਹਿੰਦੇ ਤੇ ਜਦੋਂ ਉਹਦੀ ਨਜ਼ਰ ਉਹਨਾਂ ਵੱਲ ਪੈਂਦੀ ਉਹ ਹੱਸਦੇ ਬੁੱਲੀ ਉੱਚੀ ਆਵਾਜ਼ਾਂ ਨਾਲ ਉਹਨੂੰ ਹਲਾਸ਼ੇਰੀ ਦੇ ਦਿੰਦੇ। ਉਹ ਉਹਨਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਪਛਾਣਦਾ ਸੀ ਤੇ ਇਹਨਾਂ ਤੋਂ ਵੱਖ ਵੀ ਕੁਝ ਲੋਕ ਸਨ। ਇਹਨਾਂ ਦਾ ਕੰਮ ਇਹ ਸੀ, ਜੇ ਉਹ ਨੀਂਹ ਪੁੱਟਦਾ ਤੇ ਇਹ ਰਾਤ ਵੇਲੇ ਉਹਨੂੰ ਅੱਧ ਪਚੱਦੀ ਪੂਰ ਛੱਡਦੇ ਤੇ ਜੇ ਉਹ ਕੰਧ ਉਸਾਰਦਾ
ਤੇ ਇਹ ਉਹਦਾ ਕੋਈ ਨਾ ਕੋਈ ਹਿੱਸਾ ਢਾਹ ਛੱਡਦੇ। ਉਹ ਇਹਨਾਂ ਨੂੰ ਵੀ ਪਛਾਣਦਾ ਸੀ, ਪਰ ਉਹਨੂੰ ਕਦੀ ਵੀ ਉਹਨਾਂ ਨਾਲ ਗਿਲਾ ਨਹੀਂ ਸੀ ਹੋਇਆ। ਉਹ ਚੁੱਪ ਚੁਪੀਤਾ ਆਪਣੇ ਕੰਮ ਵਿੱਚ ਜੁਟਿਆ ਰਹਿੰਦਾ। ਦਿਨ ਮਹੀਨਿਆਂ ਵਿੱਚ ਤੇ ਮਹੀਨੇ ਵਰ੍ਹਿਆਂ ਵਿੱਚ ਬਦਲਦੇ ਲੱਗੇ ਗਏ। ਉਹਦੇ ਕਾਰੇ ਵਿੱਚ ਕੋਈ ਫਰਕ ਨਾ ਆਇਆ। ਉਹ ਆਲ ਦੁਆਲ ਤੋਂ ਬੇਪਰਵਾਹ ਆਪਣੇ ਕੰਮ ਵਿੱਚ ਜੁਟਿਆ ਰਿਹਾ। ਜਿਵੇਂ ਜਿਵੇਂ ਕੰਧਾਂ ਉੱਚੀਆਂ ਹੁੰਦੀਆਂ ਗਈਆਂ, ਆਲ ਦੁਆਲ ਦੇ ਲੋਕਾਂ ਦੇ ਕੰਮਾਂ ਵਿੱਚ ਵੀ ਤੇਜ਼ੀ ਆਉਂਦੀ ਗਈ। ਉਹਦੇ ਅਣਜਾਣੇ ਸੰਗੀ ਉਹਦੇ ਲਈ ਇੱਟਾਂ ਰੋੜੇ ਇਕੱਠੇ ਕਰਨ ਵਿੱਚ ਤ੍ਰਿਖੇ ਹੋ ਗਏ। ਹਲਾਸ਼ੇਰੀ ਦੇਣ ਵਾਲਿਆਂ ਦੀਆਂ ਆਵਾਜ਼ਾਂ ਹੋਰ ਉੱਚੀਆਂ ਹੋ ਗਈਆਂ। ਨਾਲੇ ਹੁਣ ਕਦੀ ਕਦਾਈ ਗੋਹ 'ਤੇ ਚੜ੍ਹ ਕੇ ਕੋਈ ਇੱਕ ਅੱਧ ਇੱਟ ਰੋੜਾ ਫੜਾਉਣ ਲੱਗ ਪਿਆ। ਸ਼ਾਇਦ ਉਹਨਾਂ ਨਵੇਂ ਹਾਲਤ ਨਾਲ ਸਮਝੌਤਾ ਕਰ ਲਿਆ ਸੀ, ਜਾਂ ਫਿਰ ਤੇ ਉਧਰ ਮੁਖਾਲਫਾਂ ਦੀ ਹੋਰ ਵੱਧ ਕੇ ਆਪਣਾ ਕੰਮ ਵਿਖਾਉਣਾ ਸ਼ੁਰੂ ਕਰ ਦਿੱਤਾ। ਪਰ ਹੁਣ ਮੁਖਾਲਫਾਂ ਦੀਆਂ ਚੱਲਣ ਦਾ ਵੇਲਾ ਲੰਘ ਚੁੱਕਿਆ ਸੀ। ਇੱਕ ਦਿਨ ਸਵੇਰੇ ਲੋਕਾਂ ਬੜੀ ਹੈਰਾਨੀ ਨਾਲ ਵੇਖਿਆ ਜੇ ਉਹਨੇ ਬੜੇ ਸੁਚੱਜ ਨਾਲ ਆਪਣਾ ਘਰ ਉਸਾਰ ਲਿਆ ਸੀ। ਇਸ ਘਰ ਦਾ ਭਾਵੇਂ ਅਜੇ ਪਲਸਤਰ ਨਹੀਂ ਸੀ ਹੋਇਆ, ਨਾ ਹੀ ਉਹਦੇ ਫਰਸ਼ਾਂ 'ਤੇ ਚਿਪ ਸੀ, ਤੇ ਨਾ ਹੀ ਬੂਹੇ ਬਾਰੀਆਂ ਨੂੰ ਰੰਗ ਰੋਗਨ, ਪਰ ਫਿਰ ਵੀ ਇੱਕ ਮੁਕੰਮਲ ਘਰ ਸੀ। ਸ਼ੁਰੂ ਵਿੱਚ ਰੋਕ ਪਾਉਣ ਵਾਲਿਆਂ ਕਚੀਚੀ ਵੱਟ ਕੇ ਇਹਨੂੰ ਕਬੂਲਣ ਵਿੱਚ ਹੀ ਭਲਾ ਜਾਣਿਆ, ਪਰ ਦਿਲੋਂ ਅਜੇ ਵੀ ਪਹਿਲੀ ਗੱਲ 'ਤੇ ਅੜੇ ਰਹੇ। ਉਹ ਲੋਕੀ ਜਿਹੜੇ ਸਾਹਮਣੇ ਆਉਣੋਂ ਬਗੈਰ ਹੀ ਉਹਦੀ ਮਦਦ ਕਰਦੇ ਹੁੰਦੇ ਸਨ, ਚੁੱਪ ਕਰਕੇ ਆਪਣੇ ਆਪਣੇ ਘੁਰਨਿਆਂ ਵਿੱਚ ਵੜ ਗਏ। ਉਹਨਾਂ ਦੀ ਨਜ਼ਰੇ ਉਹਨਾਂ ਦਾ ਕੰਮ ਪੂਰਾ ਹੋ ਚੁੱਕਿਆ ਸੀ। ਉਹਨੇ ਖੁੱਲ੍ਹਾ ਢੰਡੋਰਾ ਫੇਰਿਆ ਵੀ ਜਿਹਨੇ ਮੇਰੀ ਕਿਸੇ ਤਰ੍ਹਾਂ ਦੀ ਮਦਦ ਕੀਤੀ ਹੈ ਆਵੇ ਤੇ ਚੱਟ ਤੇ ਚੌਲਾਂ ਵਿੱਚੋਂ ਹਿੱਸਾ ਲਵੇ। ਪਰ ਉਹ ਲੋਕ ਸਾਹਮਣੇ ਨਾ ਆਏ। ਦੂਜੇ ਪਾਸੇ ਉਹ ਲੋਕੀ ਜਿਹੜੇ ਨਿਰੀ ਹਲਾਸ਼ੇਰੀ ਦੇਣ 'ਤੇ ਨਜ਼ਰਾਂ ਵਿੱਚ ਆ ਗਏ, ਪਹਿਲੀ ਆਵਾਜ਼ 'ਤੇ ਭੱਜ ਕੇ ਅੱਪੜ ਗਏ ਅਤੇ ਮੁਬਾਰਕ ਮੁਬਾਰਕ ਦਾ ਰੌਲਾ ਪਾਉਂਦਿਆਂ ਚੌਲਾਂ 'ਤੇ ਟੁੱਟ ਪਏ। ਅੱਜ ਪਤਾ ਨਹੀਂ ਕਿਉਂ ਉਹਨੂੰ ਪਿਛਲੀਆਂ ਬੀਤੀਆਂ ਸਾਰੀਆਂ ਗੱਲਾਂ ਯਾਦ ਆ ਰਹੀਆਂ ਨੇ। ਉਹਨੂੰ ਅਜੇ ਵੀ ਯਾਦ ਸੀ ਜੇ ਉਹਨੇ ਹੱਸ ਕੇ ਹਰ ਇੱਕ ਨੂੰ ਜੀ ਆਇਆਂ ਨੂੰ ਆਖਿਆ। ਉਹਨੂੰ ਇਹ ਤਾਂ ਪਤਾ ਸੀ ਕਿ ਆਉਣ ਵਾਲਿਆਂ ਵਿੱਚ ਉਹਦੇ ਸੱਜਣ ਕਿੰਨੇ ਸਨ ਤੇ ਦੁੱਧ ਪੀਣੇ ਮਜਨੂ ਕਿੰਨੇ, ਪਰ ਉਹਨੇ ਕਿਸੇ ਨੂੰ ਵੀ ਨਹੀਂ ਸੀ ਜਿਤਾਇਆ। ਖਾਣ ਪੀਣ ਤੋਂ ਪਹਿਲਾਂ ਤੇ ਇਸ ਦੌਰਾਨ ਵੀ ਸਾਰੇ ਲੋਕੀ ਵੱਧ ਕੇ ਉਹਦੇ ਨਾਲ ਸਜਨਾਪੇ ਦੀ ਭਿਆਲੀ ਪਾਉਣਾ ਆਪਣਾ ਫਰਜ਼ ਜਾਣਦੇ ਰਹੇ ਸਨ। ਉਹ ਭਾਵੇਂ ਸਾਰਿਆਂ ਦੇ ਅੰਦਰਲੇ ਚਿਹਰੇ ਜਾਣਦਾ ਸੀ, ਪਰ ਉਹਨੇ ਕਿਸੇ ਨੂੰ ਵੀ ਕੁਝ ਨਾ ਜਿਤਾਇਆ। ਆਉਣ ਵਾਲਿਆਂ ਲੋਕਾਂ ਵਿੱਚੋਂ ਕੁਝ ਦਾ ਮਸਲਾ ਇਹ ਸੀ ਜੇ ਉਹ ਬੇਘਰ ਸਨ ਤੇ ਛੱਪਰਾਂ ਥੱਲੇ ਜ਼ਿੰਦਗੀ ਦੇ ਦਿਨ ਪੂਰੇ ਕਰ ਰਹੇ ਸਨ। ਰੱਬ ਨੇ ਤੁਹਾਡੇ 'ਤੇ ਬੜਾ ਅਹਿਸਾਨ ਕੀਤਾ, ਤੁਹਾਨੂੰ ਆਪਣਾ ਘਰ 'ਤੇ ਲੱਭ ਗਿਆ। ਇਹ ਘਰ ਰੱਬ ਦੀ ਬੜੀ ਵੱਡੀ ਨਿਹਮਤ ਹੈ। ਸਾਡੇ ਵੱਲੋਂ ਵੇਖੋ, ਅਸੀਂ ਕਿੰਨੇ ਚਿਰ ਤੋਂ ਛੱਪਰਾਂ ਹੇਠ, ਉਹਨਾਂ ਵਿੱਚੋਂ ਇੱਕ ਨੇ ਅਜੇ ਆਪਣੀ ਗੱਲ ਪੂਰੀ ਵੀ ਨਹੀਂ ਕੀਤੀ ਜੀ। ਜੇ ਉਹ ਆਪ ਹੀ ਬੋਲ ਪਿਆ ਫਿਰ ਕੀ ਹੋਇਆ? ਇਹ ਘਰ ਵੀ ਤਾਂ ਤੁਹਾਡਾ ਹੀ ਹੈ ਨਾ। ਮੇਰਾ ਅੱਗੇ ਪਿੱਛੇ ਕੌਣ ਜੇ? ਤੁਸੀਂ ਮੇਰੇ ਆਪਣੇ ਹੋ। ਇਸ ਘਰ ਨੂੰ ਆਪਣਾ ਜਾਣੋ। ਮੇਰਾ ਕੀ ਹੈ? ਮੈਨੂੰ ਤਾਂ ਮੰਜੀ ਦੀ ਥਾਂ ਹੀ ਚਾਹੀਦੀ ਹੈ ਨਾ, ਉਹ ਮੈਨੂੰ ਇਸ ਘਰ ਵਿੱਚ ਮਿਲ ਹੀ ਜਾਵੇਗੀ। ਉਹਨੂੰ ਆਪਣੇ ਕਹੇ ਹੋਏ ਸਾਰੇ ਲਫ਼ਜ਼ ਹੂ ਬਹੂ ਯਾਦ ਸਨ। ਜਦੋਂ ਹੀ ਮੈਂ ਇਹ ਗੱਲ ਕੀਤੀ ਤੇ ਉਹਨਾਂ ਲੋਕਾਂ ਦੇ ਮੁੱਖ ਖੁਸ਼ੀ ਨਾਲ ਖਿਲ ਗਏ ਸਨ। ਮੇਰੇ ਲਈ ਇਹੋ ਹੀ ਖੁਸ਼ੀ ਦੀ ਗੱਲ ਸੀ। ਰੱਬ ਦੀ ਮਖਲੂਕ ਜੇ ਮੇਰੇ ਹੱਥੋਂ ਖੁਸ਼ ਹੋ ਜਾਵੇ ਤੇ ਮੈਨੂੰ ਹੋਰ ਕੀ ਚਾਹੀਦਾ? ਉਹਨੂੰ ਯਾਦ ਆਇਆ ਕਿ ਉਹਦੀ ਨਿੱਕੀ ਜਿੰਨੀ ਹਾਂ ਕਰਨ ਤੇ ਸਾਰੇ ਲੋਕੀ ਹੁਮਾ ਕੇ ਆਪਣੇ ਲੱਗਦੇ ਲਾਣਿਆਂ ਸਮੇਤ ਉਹਦੇ ਘਰ ਦੀ ਛੱਤ ਥੱਲੇ ਆ ਗਏ। ਉਹ ਹੱਸ ਕੇ ਹਰ ਇੱਕ ਨੂੰ ਜੀ ਆਇਆਂ ਨੂੰ ਆਖਦਾ ਰਿਹਾ ਤੇ ਘਰੋਂ ਖਵਾ ਕੇ ਖੁਸ਼ ਹੁੰਦਾ ਰਿਹਾ, ਪਰ ਵੇਲਾ ਕਦੀ ਵੀ ਕਿਸੇ ਦਾ ਸਾਥ ਨਹੀਂ ਦਿੰਦਾ। ਉਹਨੇ ਹੌਕਾ ਭਰ ਕੇ ਆਖਿਆ, ਮੈਨੂੰ ਪਤਾ ਸੀ ਕਿ ਆਉਣ ਵਾਲਿਆਂ ਦੇ ਨਾਲ ਕੁਝ ਬੰਦੇ ਉਹ ਆਏ ਸਨ ਜਿਨ੍ਹਾਂ ਦਾ ਘਰ ਬਣਾਉਣ ਵਿੱਚ ਕੋਈ ਅਮਲ ਦਖਲ ਨਹੀਂ ਸੀ, ਸਗੋਂ ਢਾਣ ਵਾਲਿਆਂ ਦੇ ਸੰਗੀ ਸਾਥੀ ਸਨ। ਮੈਂ ਜਦੋਂ ਹੀ ਜ਼ਰਾ ਸ਼ੱਕ ਦੀ ਨਜ਼ਰੇ ਉਹਨਾਂ ਵੱਲ ਵੇਖਿਆ ਹੀ ਸੀ ਤੇ ਛੇਤੀ ਨਾਲ ਕਸਮਾਂ ਚੁੱਕ ਕੇ ਉਹ ਮੇਰੇ ਸੰਗੀ ਹੋਣ ਦਾ ਦਾਅਵਾ ਕਰਨ ਲੱਗ ਪਏ। ਦਿਨ ਰਾਤ ਦੀ ਮਿਹਨਤ ਨਾਲ ਮੇਰੀ ਸਿਹਤ ਜਵਾਬ ਦੇ ਗਈ ਸੀ। ਹੁਣ ਮੈਨੂੰ ਕੁਝ ਆਰਾਮ ਦੀ ਲੋੜ ਸੀ। ਖੰਘ ਦੇ ਇੱਕ ਲੰਮੇ ਦੌਰੇ ਨੇ ਉਹਦੇ ਖਿਆਲਾਂ ਦਾ ਤਾਨਾ ਬਾਨਾ ਖਿਲਾਰ ਕੇ ਰੱਖ ਦਿੱਤਾ ਤੇ ਉਹਦੇ ਮੁੱਖ ਦਾ ਰੰਗ ਪਰਤਣਾ ਸ਼ੁਰੂ ਹੋ ਗਿਆ। ਖੰਘ ਦਾ ਦੌਰਾ ਰੁਕਿਆ ਤੇ ਉਹਨੂੰ ਯਾਦ ਆਇਆ ਭਈ ਇਹੋ ਜਿਹਾ ਹੀ ਇੱਕ ਦੌਰੇ ਮਗਰੋਂ ਘਰ ਦੇ ਕੁਝ ਵਸਨੀਕਾਂ ਉਹਦੀ ਮੰਜੀ ਇੱਕ ਨੁੱਕਰ ਵਿੱਚ ਢਾਹ ਦਿੱਤੀ ਤੇ ਉਹਦੇ ਭਾਂਡੇ ਵੱਖਰੇ ਕਰਕੇ ਕੁਝ ਬੰਦੇ ਉਹਦੇ ਪਹਿਰੇ ਉੱਤੇ ਲਾ ਦਿੱਤੇ ਤਾਂ ਜੇ ਘਰ ਵਿੱਚ ਮੌਜੂਦ ਉਹਦੇ ਸੱਜਣਾਂ ਨੂੰ ਬਹੁਤੀ ਖੈਰ ਖਬਰ ਨਾ ਪੜ ਸਕੇ। ਉਹ ਘਰ ਵਾਲੇ ਖੁਜਨਾਂ ਦੇ ਵਿੱਚ ਰਵੱਈਏ ਬਾਰੇ ਡਾਢਾ ਹੈਰਾਨ ਸੀ, ਪਰ ਉਹਨੂੰ ਇਸ ਦੀ ਕੁਝ ਸਮਝ ਨਹੀਂ ਸੀ ਆ ਰਹੀ। ਅੱਜ ਉਹਦਾ ਦਿਲ ਕੀਤਾ ਜੇ ਉਹ ਘਰ ਦੀ ਇੱਕ ਇੱਕ ਇੱਟ 'ਤੇ ਆਪਣੇ ਉਂਗਲਾਂ ਦੇ ਨਿਸ਼ਾਨ ਲਾਵੇ।
ਨਾਲੇ ਸਾਰੇ ਘਰ ਦਾ ਇੱਕ ਚੱਕਰ ਲਾ ਕੇ ਆਪਣੇ ਸੱਜਣਾ ਨੂੰ ਰਜ ਰਜ ਮਿਲੇ, ਇਹੋ ਸੋਚ ਕੇ ਉੱਠਿਆ। ਪਰ ਉਹਦੇ ਪਹਿਰੇਦਾਰਾਂ ਇਹ ਆਖ ਕੇ ਲੰਮਿਆਂ ਪਾ ਛੱਡਿਆ ਜੇ ਉਹਨੂੰ ਡਾਢੇ ਆਰਾਮ ਦੀ ਲੋੜ ਹੈ। ਹਾਰ ਕੇ ਉਹਨੇ ਆਪਣੇ ਕਮਰੇ ਦੀ ਇੱਕ ਇੱਕ ਇੱਟ ਨੂੰ ਆਪਣੀਆਂ ਮੁਹੱਬਤ ਭਰੀਆਂ ਨਜ਼ਰਾਂ ਨਾਲ ਟੋਇਆ ਅਤੇ ਫਿਰ ਰੋਜ਼ ਵਾਂਗ ਬਾਲੇ ਗਿਣਨੇ ਸ਼ੁਰੂ ਕਰ ਦਿੱਤੇ। ਅੱਜ ਉਹਨੂੰ ਪਹਿਲੇ ਵਾਂਗ ਨੀਂਦਰ ਨਹੀਂ ਸੀ ਆ ਰਹੀ। ਸਾਰੇ ਬਾਲੇ ਆਪਣੀ ਥਾਵੇਂ ਬਿਲਕੁਲ ਠੀਕ ਠਾਕ ਸਨ। ਇੱਕ ਦੋ ਕਰਕੇ ਉਹਨੇ ਸਾਰੇ ਬਾਲੇ ਗਿਣ ਛੱਡੇ। ਅਖੀਰਲੇ ਬਾਲੇ ਨੂੰ ਵੇਖਣ ਮਗਰੋਂ ਅਚਾਨਚਕ ਉਹਦੀ ਨਜ਼ਰ ਸ਼ਤੀਰ ਦੀ ਇੱਕ ਨੁੱਕਰ 'ਤੇ ਜਾ ਪਈ। ਉਹਦਾ ਦਿਲ ਡੁੱਬਣ ਲੱਗ ਪਿਆ। ਉਹਨੇ ਆਪਣੇ ਦੁਆਲੇ ਖਲੋਤੇ ਪਹਿਰੇਦਾਰਾਂ ਨੂੰ ਕੁਝ ਦੱਸਣਾ ਚਾਹਿਆ, ਪਰ ਉਹਦੀ ਜ਼ੁਬਾਨ ਉਹਦਾ ਸਾਥ ਨਾ ਦੇ ਸਕੀ। ਉਹਨੇ ਹੱਥਾਂ ਦੇ ਇਸ਼ਾਰੇ ਨਾਲ ਉਹਨਾਂ ਦਾ ਧਿਆਨ ਆਪਣੇ ਵੱਲ ਕਰਵਾਇਆ, ਪਰ ਕਿਸੇ ਉਹਦੀ ਗੱਲ ਵੱਲ ਧਿਆਨ ਨਾ ਦਿੱਤਾ। ਉਹਦੇ ਕੰਨਾਂ ਵਿੱਚ ਪਹਿਰੇਦਾਰਾਂ ਦੀ ਆਵਾਜ਼ ਆ ਰਹੀ ਸੀ। ਉਹ ਕਿਸੇ ਗੱਲ 'ਤੇ ਆਪਸ ਵਿੱਚ ਲੜੀ ਜਾ ਰਹੇ ਸਨ। ਪਹਿਲਾਂ ਤਾਂ ਉਹਨੂੰ ਕੁਝ ਸਮਝ ਨਾ ਆਈ, ਪਰ ਕੁਝ ਮਗਰੋਂ ਉਹਨੂੰ ਕੁਝ ਸਮਝ ਆ ਗਿਆ। ਉਹ ਲੋਕ ਘਰ ਦੀਆਂ ਵੰਡੀਆਂ ਪਾ ਰਹੇ ਸਨ। ਉਹਨੇ ਬੇਵਸੀਆਂ ਹੋ ਕੇ ਜ਼ੋਰ ਲਾਇਆ। ਉਹਦਾ ਹੱਥ ਘੜੀ ਮੁੜੀ ਛੱਤ ਵੱਲ ਉੱਠਦਾ ਤੇ ਡਿੱਗ ਪੈਂਦਾ। ਆਪਣੇ ਸਾਰੇ ਜ਼ੋਰ ਨਾਲ ਉਹ ਰੁਕ ਕੇ ਸਿਰਫ ਇੰਨਾ ਹੀ ਆਖ ਸਕਿਆ, ਸਿਉਂਕ ਸਿਉਂਕ। ਇਹਦੇ ਨਾਲ ਹੀ ਉਹਦੀਆਂ ਅੱਖਾਂ ਦਾ ਨੂਰ ਮੁੱਕ ਗਿਆ ਤੇ ਧੌਣ ਇੱਕ ਬੰਨੇ ਢਿਲਕ ਗਈ। ਪਰ ਉਹਦੇ ਪਹਿਰੇਦਾਰਾਂ ਨੂੰ ਕੁਝ ਵੀ ਪਤਾ ਨਾ ਲੱਗਿਆ। ਤੇ ਲਓ ਸੱਜਣੋ, ਇਹ ਸੀ ਇਕਤਦਾਰ ਵਾਜਿਦ ਹੋਰਾਂ ਦੀ ਲਿਖੀ ਕਹਾਣੀ ਮਾਏ ਨੀ ਮੈਂ ਕਿਹਨੂੰ ਆਖਾਂ, ਤੇ ਵੰਡ ਦੀ ਕਿਸ਼ਤ ਨੰਬਰ 39।